ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਵੀ ਕਿਸੇ ਨਾ ਕਿਸੇ ਸ਼ਖਸੀਅਤ ਦੇ ਦੁਆਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ। ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਇੱਕ ਖਬਰ ਸੁਣੀ ਹੋਵੇਗੀ ਕਿ ਬਠਿੰਡਾ ਜੇਲ੍ਹ ਦੇ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਤੇ ਉਹਦੇ ਕੇਸ ਕੱਟੇ ਗਏ ਨੇ, ਜਿਹਦੇ ਵਿੱਚ ਉਹਨੇ ਗੱਲ ਕਹੀ ਸੀ ਵੀ ਮੇਰੇ ਤੇ ਤਸ਼ੱਦਦ ਹੋ ਰਿਹਾ, ਮੇਰੇ ਤੇ ਟੌਰਚਰ ਹੋ ਰਿਹਾ ਆ। ਤੇ ਜੇ ਗੱਲ ਕਰੀਏ ਐਡਵੋਕੇਟ ਖਾਰਾ ਜੀ ਦੀ, ਤੇ ਐਡਵੋਕੇਟ ਖਾਰਾ ਜੀ ਨੇ ਉਸ ਕੇਸ ਨੂੰ ਹੱਥ ਪਾਇਆ ਸੀ। ਉਸ ਨੌਜਵਾਨ ਦੇ ਮਾਤਾ ਜੀ ਅੱਜ ਸਾਡੇ ਨਾਲ ਨੇ, ਆਓ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਮਾਤਾ ਜੀ, ਨੌਜਵਾਨ ਮੁੰਡਾ ਜੇਲ੍ਹ ਦੇ ਵਿੱਚ ਹੈ ਤੇ ਉਹਦੀ ਉਮਰ ਕਿੰਨੀ ਹੈ ਤੇ ਕਿਸ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਗਿਆ? ਉਹਦੀ ਉਮਰ 30 ਸਾਲ ਹੋ ਗਈ ਜੇ ਤੇ ਪਹਿਲਾਂ 302 ਦੇ ਵਿੱਚ ਆਇਆ ਸੀ। ਉਹ ਝੂਠਾ ਪਰਚਾ ਪੈ ਗਿਆ ਸੀ 302 ਦਾ, ਉਹਦੇ ਵਿੱਚ ਆਇਆ ਸੀ। ਉਦੋਂ ਬਾਅਦ ਵਿੱਚ ਇਹਨਾਂ ਨੇ ਵਾਰੀ-ਵਾਰੀ ਉਹਨੂੰ ਰਿਮਾਂਡ ਤੇ ਖੜ ਕੇ ਤੇ ਬੜੇ ਪਰਚੇ ਪਾਤੇ ਆ ਤੇ ਜੇਲ੍ਹਾਂ ਵਿੱਚ ਵੀ ਇਹ ਪਰਚੇ ਪਾਉਣੋਂ ਨਹੀਂ ਹਟਦੇ ਜੀ। ਹਾਂਜੀ। ਨਹੀਂ, ਪਿਛਲੇ ਦਿਨਾਂ ਦੇ ਵਿੱਚ ਤੁਹਾਡਾ ਇਹ ਜਿਹੜਾ ਬੱਚਾ ਆ ਉਹਦੇ ਕੇਸ ਕਤਲ ਕੀਤੇ ਗਏ, ਉਹ ਕੇਸ ਕਤਲ ਵਾਲੀ ਗੱਲ ਬਿਲਕੁਲ ਸੱਚੀ ਹੈ? ਹਾਂਜੀ, ਬਿਲਕੁਲ ਸੱਚੀ ਹੈ। ਮੇਰੇ ਕੋਲ ਕੇਸ ਮੌਜੂਦ ਆ, ਮੈਂ ਅੱਜ ਵੀ ਕੇਸ ਨਾਲ ਲੈ ਕੇ ਆਈ ਆ। ਜਿਹੜੀ ਚਿੱਠੀ ਉਹਨਾਂ ਨੇ ਅੰਦਰੋਂ ਲਿਖ ਕੇ ਦਿੱਤੀ ਸੀਗੀ ਜਥੇਬੰਦੀਆਂ ਨੂੰ, ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ, ਉਹ ਵੀ ਮੇਰੇ ਕੋਲ ਆ। ਹੱਥ ਲਿਖਤੇ ਆ, ਉਹਦੀ ਆਪਣੇ ਸਾਈਨ ਆ ਉਹਦੇ। ਅੱਛਾ, ਉਹਦੇ ਆਪਣੇ ਸਾਈਨ ਨੇ। ਉਹ ਚਿੱਠੀ ਉਹਨੇ ਕੀ ਲਿਖੀ ਹੈ ਅਕਾਲ ਤਖਤ ਦੇ ਜਹੇਦਾਰ ਨੂੰ ਤੇ ਸਿੱਖ ਜਥੇਬੰਦੀਆਂ ਨੂੰ? ਬਠਿੰਡਾ ਜੇਲ੍ਹ ਦੇ ਵਿੱਚੋਂ ਨੌਜਵਾਨ ਨੇ ਕੀ ਚਿੱਠੀ ਲਿਖੀ ਹੈ? ਉਹਨਾਂ ਨੇ ਇਹ ਲਿਖਿਆ ਕਿ ਮੈਨੂੰ ਤਸ਼ੱਦਦ ਦਾ ਤਾਂ ਕੋਈ ਇੰਨਾ ਦੁੱਖ ਨਹੀਂ ਹੈਗਾ, ਇਹ ਤਾਂ ਸਰਕਾਰਾਂ ਸਾਨੂੰ ਜ਼ਖਮ ਦਿੰਦੀਆਂ ਹੀ ਰਹੀਆਂ ਤੇ ਇਹਨਾਂ ਦਿੰਦੀਆਂ ਹੀ ਰਹਿਣਾ ਵਾ, ਪਰ ਜੋ ਮੇਰੇ ਕੇਸ ਕਤਲ ਕੀਤੇ ਆ ਇਹਦਾ ਮੈਨੂੰ ਆਪਣੀ ਜਾਨ ਤੋਂ ਵੱਧ ਕੇ ਦੁੱਖ ਆ। ਹਾਂ, ਜਿਵੇਂ ਉਸ ਦੁੱਖ ਵੀਰ ਜੀ ਮੈਨੂੰ ਵੀ ਬਹੁਤ ਆ। ਮੇਰੇ ਬੱਚੇ ਦੀ ਜਾਨ ਚਲ ਜਾਂਦੀ, ਮੈਨੂੰ ਸ਼ਾਇਦ ਇੰਨਾ ਦੁੱਖ ਨਾ ਹੁੰਦਾ, ਪਰ ਜੋ ਮੈਨੂੰ ਉਹਦੇ ਕੇਸਾਂ ਦਾ ਦੁੱਖ ਆ, ਬਹੁਤ ਜ਼ਿਆਦਾ ਦੁੱਖ ਆ ਵੀਰ ਜੀ ਮੈਨੂੰ। ਨਹੀਂ, ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਦੁੱਖ ਆ, ਉਹਨੂੰ ਟੌਰਚਰ ਵੀ ਕੀਤਾ ਜਾਂਦਾ ਹੈ ਜਾਂ ਉਹਦੇ ਕੇਸ ਕਿਉਂ ਕੱਟੇ ਗਏ ਨੇ? ਉਹ ਤੇ ਹੋਰ ਵੀ ਕੈਦੀ ਨੇ, ਉਹਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ? ਇੱਕ ਸਿੱਖ ਹੋਣ ਦੇ ਨਾਤੇ ਉਹ ਬਾਣੀ ਬਹੁਤ ਪੜਦਾ ਅੰਦਰ। ਸਿੱਖ ਤੇ ਹੋਰ ਵੀ ਅੰਦਰ ਬਹੁਤ ਜ਼ਿਆਦੇ ਨੇ। ਹਾਂਜੀ, ਪਰ ਉਹਨੂੰ ਬਹੁਤ ਕੀਤਾ ਜਾਂਦਾ। ਜਦੋਂ ਉਹ ਮਤਲਬ ਉੱਚੀ ਆਵਾਜ਼ ਵਿੱਚ ਬਾਣੀ ਵੀ ਪੜਦਾ ਵਾ, ਉਦੋਂ ਵੀ ਉਹਨੂੰ ਟੋਕਾ ਟੋਕੀ ਕੀਤੀ ਜਾਂਦੀ ਆ। ਬਾਣੀ ਉਹ ਪੜਦਾ ਵਾ, ਬਹੁਤ ਵਧੀਆ ਬਾਣੀ ਪੜਦਾ ਵਾ। ਜਦੋਂ ਬਾਣੀ ਪੜਦਾ ਉੱਚੀ ਆਵਾਜ਼ 'ਚ, ਉਦੋਂ ਵੀ ਉਹਨੂੰ ਕਹਿੰਦੇ ਆ ਆਪਣੀ ਆਵਾਜ਼ ਨੀਚੇ ਕਰ, ਥੱਲੇ ਕਰ ਆਪਣੀ ਆਵਾਜ਼। ਉਹ ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਭੱਜਣ ਲੱਗਾ ਸੀ ਤਾਂ ਕਰਕੇ ਤੇ ਤਸ਼ੱਦਦ ਹੋਇਆ ਆ। ਨਹੀਂ ਵੀਰ ਜੀ, ਕਿੱਥੇ ਭੱਜ ਕੇ ਜਾਊਗਾ? ਤੁਹਾਨੂੰ ਵੀ ਪਤਾ ਆ ਵੀ 5 ਗੇਟ ਆ, 5 ਗੇਟਾਂ ਦੇ ਚ ਭੱਜ ਕਿੱਥੇ? ਉੱਤੇ ਤੇ ਜਿਹੜੀਆਂ ਉੱਚੀਆਂ ਕੰਧਾਂ, ਉੱਤੇ ਆਪਣੇ ਤਾਰਾਂ ਲੱਗੀਆਂ ਕਰੰਟ ਵਾਲੀਆਂ, ਉਹ ਇੰਨਾ ਤੇ ਹੈ ਨਹੀਂ ਗਾ ਬੇਸਮਝ ਵੀ, ਜਿਹਨੂੰ ਨਹੀਂ ਪਤਾ ਕਿ ਮੈਂ ਭੱਜ ਕੇ ਭੱਜ ਸਕਦਾ ਵਾਂ। ਇਹਨਾਂ ਤੇ ਪਤਾ ਹੀ ਹੈ ਮੈਂ ਭੱਜ ਨਹੀਂ ਸਕਦਾ, ਫਿਰ ਭੱਜੂਗਾ ਕਿਉਂ? ਇਹ ਤਾਂ ਸਿਰਫ ਇੱਕ ਉਹਨਾਂ ਨੇ ਆਪਣਾ ਆਪ ਬਚਾਉਣ ਵਾਸਤੇ ਉਹਨਾਂ ਨੇ ਕੁਛ ਨਾ ਕੁਛ ਤੇ ਇਲਜ਼ਾਮ ਹੁਣ ਲਾਉਣੇ ਹੀ ਆ। ਜੀ ਹਾਂਜੀ, ਇਲਜ਼ਾਮ ਲੱਗਣ ਡੇ ਆ। ਇਹ ਮੈਨੂੰ ਪਤਾ ਲੱਗਾ ਵੀ ਤੁਹਾਡੇ ਤੋਂ ਕੋਈ ਪੈਸਿਆਂ ਦੀ ਮੰਗ ਵੀ ਹੁੰਦੀ ਸੀ ਅੰਦਰ, ਤੁਸੀਂ ਪੈਸੇ ਨਹੀਂ ਦਿੱਤੇ, ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਗਿਆ। ਹਾਂਜੀ ਵੀਰ ਜੀ, ਹਫਤਾ ਤੇ ਉਹ ਸਾਰੇ ਬੱਚਿਆਂ ਕੋਲੋਂ ਮੰਗਦੇ ਆ, ਪਰ ਜਿਹੜੇ ਕੁਝ ਚੰਗੇ ਜੇਲ੍ਹ ਦੇ ਵਿੱਚ ਬੱਚਿਆਂ ਕੋਲ ਹਫਤਾ ਮੰਗਦੇ ਆ? ਹਫਤਾ ਮੰਗਦੇ ਆ। ਜਿਹੜੇ ਕੁਝ ਦੇਣ ਜੋਗੇ ਉਹ ਦੇ ਦਿੰਦੇ ਆ, ਜਿਹੜੇ ਨਹੀਂ ਦੇਣ ਜੋਗੇ ਉਹ ਨਹੀਂ ਦਿੰਦੇ। ਪਹਿਲਾਂ ਅਸੀਂ ਵੀ ਦਿੰਦੇ ਰਹੇ ਆ ਤੇ ਹੁਣ ਤੇ ਇਹਦੇ ਡੈਡੀ ਦੀ ਡੈਥ ਹੋ ਗਈ ਆ, ਹੁਣ ਮੈਂ ਨਹੀਂ ਦੇ ਸਕਦੀ, ਪਰ ਫਿਰ ਵੀ ਮਗਰੋਂ ਮੈਂ 1-2 ਵਾਰੀ ਦਿੱਤੇ ਆ। ਹੁਣ ਮੇਰੇ ਕੋਲ ਨਹੀਂ ਦਿੱਤੇ ਜਾਂਦੇ। ਨਹੀਂ, ਉਹ ਕਾਹਦੇ ਪੈਸੇ ਮੰਗਦੇ ਆ? ਮੁਲਾਕਾਤ ਦੇ ਕਾਹਦੇ ਮੰਗਦੇ ਆ? ਨਹੀਂ, ਅੰਦਰ ਰਹਿਣ ਵਾਸਤੇ, ਜਿੱਦਾਂ ਸਮਝੋ ਫਿਲਟਰ ਪਾਣੀ ਪੀਣਾ ਆ, ਜਾਂ ਖੋਲੀ ਸਾਫ ਸਫਾਈ ਦੇ ਵਿੱਚ ਰਹਿਣਾ ਆ, ਹਵਾਦਾਰ ਕਮਰੇ 'ਚ ਰਹਿਣਾ ਆ, ਤੇ ਥੋੜਾ ਬਾਹਰ ਘੁੰਮਣ ਵਾਸਤੇ ਜੇ ਨਿਕਲਣਾ ਆ ਤੇ ਫਿਰ ਤੁਹਾਨੂੰ ਪੈਸੇ ਦੇਣੇ ਪੈਣਗੇ, ਨਹੀਂ ਤੇ ਫਿਰ 24 ਘੰਟੇ ਅੰਦਰ ਹੀ ਲੋਕਦੇ ਰਹੋ। ਅੱਛਾ, ਨਹੀਂ ਤੇ ਅੰਦਰ ਬਹੁਤ ਜ਼ਿਆਦਾ ਟੌਰਚਰ ਹੁੰਦਾ ਆ ਤੇ ਪੈਸੇ ਦਿੰਦੇ ਰਹੋ, ਥੋੜਾ ਜਿਹਾ ਖੁੱਲ ਕੇ ਸਾਹ ਮਿਲ ਜਾਂਦਾ ਆ। ਥੋੜਾ ਜਿਹਾ, ਹਾਂਜੀ, ਥੋੜਾ ਬਹੁਤਾ ਬਾਹਰ 2 ਘੰਟੇ ਕੱਢ ਦਿੰਦੇ ਆ। ਨਹੀਂ ਕਿੰਨੇ ਰੁਪਈਏ ਲੈਂਦੇ ਰਹੇ ਤੁਹਾਡੇ ਕੋਲੋਂ? ਮਤਲਬ ਮੰਗਦੇ ਤਾਂ ਬਹੁਤ ਆ, ਪਰ ਆਪਾਂ ਤਾਂ 20-25 ਤੋਂ ਜ਼ਿਆਦਾ ਨਹੀਂ ਦੇ ਸਕਦੇ। 20-25 ਹਜ਼ਾਰ ਦਿੰਦੇ ਰਹੇ ਹੋ? ਹਾਂਜੀ, ਇਹ ਤੋਂ ਜ਼ਿਆਦਾ ਮੈਂ ਨਹੀਂ ਦੇ ਸਕਦੀ, ਮੇਰੀ ਸਮਰੱਥਾ ਹੀ ਨਹੀਂ ਹੈਗੀ। ਹੁਣ ਤੇ ਮੇਰੇ ਕੋਲ ਹੈ ਨਹੀਂ ਕੁਛ, ਮੈਂ ਤਾਂ ਮਕਾ ਬੈਠੀ ਹਾਂ। ਜੇ ਇਹਨਾਂ ਕੇਸਾਂ ਦੇ ਪੈਸੇ ਲੈ ਕੇ ਲਾ ਕੇ ਜੇ ਰਿਮਾਂਡਾਂ ਤੇ ਜਾਂਦੇ ਤਾਂ ਵੀ ਤੁਹਾਨੂੰ ਪਤਾ ਖਰਚਾ ਆਉਂਦਾ ਹੀ ਆ। ਜੇ ਇਹ ਮੰਗਦੇ ਕਿੰਨੇ ਸੀ ਜੇਲ੍ਹ ਤੇ? ਮੰਗਦਾ ਕੌਣ ਆ? ਸੁਪਰਡੈਂਟ ਤੇ ਡਿਪਟੀ ਨੇ ਮੰਗਣੇ ਹੁੰਦੇ ਆ। ਹਾਂ, ਹੁਣ ਤੁਹਾਨੂੰ ਪਤਾ ਵਾ, ਨਿੱਕੇ ਦੇ ਤੇ ਹੱਥ ਵਿੱਚ ਕੋਈ ਗੱਲ ਨਹੀਂ ਹੈਗੀ। ਨਿੱਕਾ ਤੇ ਬੰਦਾ ਪੈਸੇ ਮੰਗ ਨਹੀਂ ਸਕਦਾ, ਮੰਗਣਗੇ ਤੇ ਵੱਡੇ ਹੀ ਮੰਗਣਗੇ। ਤੇ ਕਿੰਨੇ ਡਿਮਾਂਡ ਕਿੰਨੇ ਦੀ ਕਰਦੇ ਆ? ਡਿਮਾਂਡ ਤਾਂ 50 ਤੋਂ 60 ਹਜ਼ਾਰ ਦੀ ਕਰਦੇ ਆ। ਬੱਚੇ ਦਿੰਦੇ ਵੀ ਅੰਦਰ, ਜਿਹੜੇ ਤਕੜੇ ਘਰਾਂ ਦੇ ਬੱਚੇ ਉਹ ਦਿੰਦੇ ਵੀ ਆ। ਇਹਦਾ ਮਤਲਬ ਜੇਲ੍ਹ ਦੇ ਵਿੱਚ ਰੁਪਈਆ, ਜਿਹੜੇ ਜੇਲਰ ਨੇ ਜਾਂ ਜੇਲ੍ਹ ਸੁਪਰਡੈਂਟ ਨੇ, ਇਹਨਾਂ ਨੂੰ ਫਿਰ ਰੁਪਈਆ ਤੁਹਾਡੇ ਮੁਤਾਬਕ ਜਿਵੇਂ ਤੁਸੀਂ ਦੱਸਦੇ ਹੋ ਫਿਰ ਬਹੁਤ ਜ਼ਿਆਦਾ ਬਣਦਾ? ਹਾਂਜੀ ਹਾਂਜੀ, ਇਹਨਾਂ ਦਾ ਮੂੰਹ ਪਿਆ ਵਾ, ਇਹਨਾਂ ਤਨਖਾਹਾਂ ਨਾਲ ਕੁਝ ਨਹੀਂ ਬਣਦਾ। ਵੇਖੋ ਵੀਰ ਜੀ, ਹਰ ਚੀਜ਼ ਅੰਦਰੋਂ ਦਿੰਦੇ ਆ। ਪਿਛਲੇ ਮਹੀਨੇ ਦੀ ਗੱਲ ਆ, ਇਹਨਾਂ ਬੱਚੇ ਦਾ ਬੈਗ ਚੁੱਕ ਕੇ ਲੈ ਗਏ ਤੇ ਕਹਿੰਦੇ ਕਿ ਇਹ ਬੈਗ ਨਹੀਂ ਅਸੀਂ ਇਹਨੂੰ ਦੇਣਾ ਤੇ ਸਾਡੇ ਅੰਦਰੋਂ ਬੈਗ ਖਰੀਦੋ। ਮੈਂ 1200 ਦਾ ਇੱਕ ਬੈਗ ਖਰੀਦ ਕੇ ਦਿੱਤਾ ਇਹਨਾਂ ਦੀ ਕੰਟੀਨ ਤੋਂ, ਇੱਕ 1400 ਦਾ ਬੈਗ ਖਰੀਦ ਕੇ ਦਿੱਤਾ। ਬੈਗ ਹੁਣ ਜਾ ਕੇ ਵੇਖ ਲਓ, ਬੈਗ ਇਹ ਫੇਰ ਚੁੱਕ ਕੇ ਲੈ ਗਏ, ਉਹਦੇ ਕੱਪੜੇ ਥੱਲੇ ਸੁੱਟ ਕੇ, ਕੁਝ ਕੱਪੜੇ ਵੀ ਲੈ ਗਏ ਉਹਦੇ। ਇਹ ਕਿਉਂ ਕਰਦੇ ਆ? ਕਮਾਈ ਦਾ ਸਾਧਨ, ਕਮਾਈ ਬਣਾਈ ਉਹਨਾਂ ਨੇ।
ਬੈਗ ਅੱਛਾ ਬੈਗ ਤੇ ਉਹੀ ਬਾਹਰੋਂ ਵੀ ਜਾਣਾ ਨਾ, ਉਹੀ ਬੈਗ 400-500 ਦਾ ਬਾਹਰੋਂ ਮਿਲ ਜੂਗਾ, ਅੰਦਰ ਇਹ 1200 ਦਾ 1400 ਦਾ ਦਿੰਦੇ ਆ, ਫਿਰ 15 ਦਿਨ ਵੀ ਨਹੀਂ ਰਹਿਣ ਦਿੰਦੇ, ਫਿਰ ਬੈਗ ਵਾਪਸ ਚੁੱਕ ਕੇ ਲੈ ਜਾਂਦੇ ਆ, ਫਿਰ ਜਾ ਕੇ ਦੂਸਰੇ ਨੂੰ ਵੇਚ ਲੈਂਦੇ ਆ। ਇਹਨਾਂ ਨੇ ਤਾਂ ਬਣਾਇਆ ਇੱਕ ਬਿਜ਼ਨਸ ਤੇ ਲੋਕਾਂ ਨੂੰ ਸਾਡੇ ਵਰਗੀਆਂ ਗਰੀਬਾਂ ਨੂੰ ਤੰਗ ਕਰਨਾ। ਚਲੋ ਤੰਗ ਕਰੀ ਜਾਣ, ਇੰਨਾ ਕੋਈ ਗੱਲ ਨਹੀਂ, ਪਰ ਮੇਰੇ ਬੱਚੇ ਦੇ ਕੇਸ ਨਾ ਕੱਟ ਦੇ। ਨਹੀਂ ਤੁਹਾਡੇ ਬੱਚੇ ਦੇ ਨਿਸ਼ਾਨ ਵੀ ਪਏ ਹੋਏ ਸੀ, ਕਹਿੰਦੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਉਸਨੂੰ। ਹਾਂਜੀ ਹਾਂਜੀ, ਨਿਸ਼ਾਨ ਤਾਂ ਬਹੁਤ ਜ਼ਿਆਦਾ ਆ, ਉਹ ਤਾਂ ਵੇਖਿਆ, ਉੱਥੇ ਜੱਜ ਸਾਹਿਬ ਨੇ ਵੀ ਵੇਖੇ ਆ, ਤੇ ਉਹਦੇ ਨਾਲ ਖਾਰਾ ਸਾਹਿਬ ਨੇ ਵੀ ਲਈਆਂ ਸੀ, ਤਸਵੀਰਾਂ ਵੀ ਲਈਆਂ ਸੀ, ਉਹ ਤਾਂ ਸਾਰੀ ਦੁਨੀਆ ਨੇ ਵੇਖੇ ਆ ਵੀ ਬਹੁਤ ਜ਼ਿਆਦੇ ਆ। ਪਰ ਫਿਰ ਵੀ ਉਹਨਾਂ ਜ਼ਖਮਾਂ ਦੀ ਉਹ ਪਰਵਾਹ ਨਹੀਂ ਕਰਦਾ, ਐਡਾ ਕਮਜ਼ੋਰ ਦਿਲ ਨਹੀਂ ਹੈਗਾ, ਪਰ ਉਹ ਆਪਣੇ ਕੇਸਾਂ ਨੂੰ ਲੈ ਕੇ ਹੀ ਉਹਨੂੰ ਮਤਲਬ ਉਹਦਾ ਮਨ ਉੱਭਰ ਕੇ ਰੋਂਦਾ ਆ। ਜਦੋਂ ਮੈਂ ਐਡਵੋਕੇਟ ਖਾਰਾ ਜੀ ਨਾਲ ਇੱਕ ਆਡੀਓ ਕੀਤੀ ਸੀ ਨਾ, ਤੇ ਉਸ ਆਡੀਓ ਤੋਂ ਬਾਅਦ ਮੈਨੂੰ ਤੁਹਾਡੇ ਪਿੰਡਾਂ ਤੋਂ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਫੋਨ ਆਏ, ਕਹਿੰਦੇ ਮਖੂ ਜੀ ਤੁਸੀਂ ਪੱਖ ਤੇ ਲੈ ਲਿਆ, ਐਡਵੋਕੇਟ ਖਾਰਾ ਸਾਹਿਬ ਨੇ ਪੱਖ ਲੈ ਲਿਆ, ਜਥੇਬੰਦੀਆਂ ਵੀ ਨਾਲ ਖਲੋ ਗਈਆਂ, ਕਹਿੰਦੇ ਪਰ ਸਾਨੂੰ ਇਹ ਦੱਸਿਆ ਜਾਵੇ ਤਾਂ ਪਿਛੋਕੜ ਤੇ ਵੇਖ ਲਓ, ਕਹਿੰਦੇ ਭੂਆ ਦੇ ਮੁੰਡੇ ਦਾ ਕਤਲ ਕੀਤਾ ਹੈ, ਜਿਹਦਾ ਇੱਕੋ ਇੱਕ ਕਮਾਉਣ ਵਾਲਾ ਮੁੰਡਾ ਸੀ, ਉਹਦਾ ਕਤਲ ਕਰ ਦਿੱਤਾ, ਕਹਿੰਦੇ ਪਰਿਵਾਰ ਜਾੜ ਦਿੱਤਾ, ਕਹਿੰਦੇ ਪਰਿਵਾਰ ਜਾੜ ਕੇ ਤੇ ਕਹਿੰਦੇ ਫਿਰ ਤੁਸੀਂ ਦੱਸੋ ਵੀ ਜੇਲ੍ਹ 'ਚ ਜਾਊਗਾ ਕਿੱਥੇ ਜਾਊਗਾ। ਜੀ ਵੀਰ ਜੀ, ਉਹਦਾ ਤੇ ਮਤਲਬ ਸਾਰੇ ਲੋਕਾਂ ਨਾਲ ਉਹਦੀ ਦੁਸ਼ਮਣੀ ਸੀ, ਉਹਨੂੰ ਕੀ ਪਤਾ ਕੌਣ ਮਾਰ ਗਿਆ, ਸਾਡਾ ਤੇ ਨਾਂ ਲਾਤਾ, ਕਿਉਂਕਿ ਸਾਡਾ ਤਾਂ ਨਾਂ ਲੱਗਿਆ ਕਿ ਸਾਡੇ ਉਹਨਾਂ ਨੇ ਪੈਸੇ ਦੇਣੇ ਸੀ, ਸਾਡੇ ਕੋਲ ਪੈਸੇ ਉਧਾਰੇ ਉਹ ਬੱਚੇ ਨੇ ਲਏ ਸੀਗੇ, ਤੇ ਉਹ ਪੈਸੇ ਨਹੀਂ ਦਿੰਦੇ, ਤੇ ਉਹਨਾਂ ਨੇ ਇੱਕ ਬਹਾਨਾ ਬਣਾ ਲਿਆ ਹੋਰ ਪੈਸੇ ਲੈਣ ਦਾ, ਔਰ ਇਹਨੇ ਕਤਲ ਕੋਈ ਨਹੀਂ ਕੀਤਾ। ਉਹ ਜਿਹੜਾ ਪਿਸਟਲ ਮੁੜ ਕੇ ਇੱਥੇ ਪਾ ਦਿੱਤਾ ਉਹਨਾਂ ਨੇ, ਬਾਅਦ ਵਿੱਚ ਫੜਿਆ ਜਦੋਂ ਇਹਨੂੰ ਪੁਲਿਸ ਨੇ, ਜਿਹੜਾ ਪਿਸਟਲ ਪਾ ਦਿੱਤਾ ਸੀ ਇਹਦੇ ਉੱਤੇ, ਉਹ ਪਿਸਟਲ ਵੀ ਬਰੀ ਹੋ ਗਿਆ ਸੀ, ਕਿਉਂਕਿ ਉਹ ਪਿਸਟਲ ਨਾਲ ਗੋਲੀ ਨਹੀਂ ਲੱਗੀ ਸੀਗੀ, ਉਹ ਜਲੰਧਰੋਂ ਪਿਸਟਲ ਬਰੀ ਹੋਇਆ, ਜੱਜ ਸਾਹਿਬ ਨੇ ਪਿਸਟਲ ਬਰੀ ਕੀਤਾ। ਫਿਰ ਵੀ ਇਹਨਾਂ ਨੇ ਇੰਨਾ ਪ੍ਰੈਸ਼ਰ ਪਾ ਕੇ ਫਿਰ ਵੀ ਬੱਚੇ ਨੂੰ ਇਹਨਾਂ ਅੰਦਰ ਹੀ ਡੱਕਿਆ ਹੋਇਆ। ਹੁਣ 302 ਲੱਗੀ ਹੋਈ ਹੈ। ਹਾਂਜੀ 302 ਲੱਗੀ ਹੋਈ ਹੈ। ਕਿੰਨੇ ਸਾਲਾਂ ਦੀ ਸਜ਼ਾ ਹੋ ਗਈ ਹੈ? 20 ਸਾਲਾਂ ਦੀ ਸਜ਼ਾ ਹੋਈ ਹੈ। ਤੇ ਉਮਰ ਕਿੰਨੀ ਹੈ ਜੀ? 30 ਸਾਲ। 30 ਸਾਲ ਤੇ 20 ਸਾਲਾਂ ਦੀ ਸਜ਼ਾ ਹੋਈ ਹੈ। ਤੇ ਕਿੰਨੇ ਸਾਲ ਹੋ ਗਏ ਜੇਲ੍ਹ ਦੇ ਵਿੱਚ? 7 ਸਾਲ। 7 ਸਾਲ ਜੇਲ੍ਹ 'ਚ ਹੋ ਗਏ। 23 ਸਾਲਾਂ ਦਾ ਸੀ ਜਦੋਂ ਇਹਨੂੰ ਜੇਲ੍ਹ ਹੋਈ ਹੈ, 7 ਸਾਲ ਹੋਏ ਆ ਤੇ 13 ਸਾਲ ਅਜੇ ਹੋਰ ਪਏ ਆ ਜੇਲ੍ਹ। ਵੇਖੋ ਵੀਰ ਜੀ, ਮਤਲਬ ਹੋ ਸਕਦੀ ਸੀ ਹਾਈ ਕੋਰਟ ਤੋਂ ਜ਼ਮਾਨਤ 5 ਸਾਲ ਬਾਅਦ ਹੋ ਜਾਣੀ ਸੀ, ਕਿਉਂਕਿ ਹੈ ਨਹੀਂ ਸੀ ਸਬੂਤ, ਜਦੋਂ ਝੂਠਾ ਕੰਮ ਤੇ ਝੂਠਾ ਹੀ ਹੁੰਦਾ, ਸਬੂਤ ਨਹੀਂ ਹੈਗੇ ਹੀ। ਪਰ ਜਿਹੜੇ ਹੋਰ ਇਹਨਾਂ ਨੇ ਇੱਥੇ ਨਜਾਇਜ਼ ਪਰਚੇ ਪਵਾਈ ਜਾਂਦੀ ਨਾ, ਸਾਡੀ ਵਿਰੋਧੀ ਪਾਰਟੀ ਜਿਹੜੇ ਤੁਹਾਨੂੰ ਫੋਨ ਲਾਉਂਦੇ ਆ, ਇਹ ਮਿਲ ਕੇ ਹੀ ਸਰਕਾਰ ਨਾਲ ਪਰਚੇ ਪਵਾਉਂਦੇ ਆ, ਤੇ ਉਹ ਪਰਚੇ ਪਾਉਣ ਦਾ ਕਾਰਨ ਹੀ ਇਹ ਹੈ ਕਿ ਉਹਦੀ ਜ਼ਮਾਨਤ ਨਾ ਹੋਵੇ। ਹੁਣ ਹੋਰ ਕਿਹੜੇ ਪਰਚੇ ਪੈ ਗਏ ਆ? ਪਰਚਿਆਂ ਦੀ ਵੀਰ ਜੀ ਹੁਣ ਗਿਣਤੀ ਨਹੀਂ, ਬਹੁਤ ਜ਼ਿਆਦਾ ਪਰਚੇ ਆ। ਪਰਚਿਆਂ ਦੀ ਨਹੀਂ ਕੋਈ ਗਿਣਤੀ ਹੈਗੀ। ਜੋ ਵੀ ਕੰਮ ਬਾਹਰ ਹੋ ਗਿਆ ਉਹ ਰਾਜਵੀਰ ਨੇ ਕਰਤਾ, ਜਿਹੜਾ ਵੀ ਕੰਮ ਕੋਤੇ ਬਾਹਰ ਹੋ ਗਿਆ ਰਾਜਵੀਰ ਨੇ ਕਰਤਾ। ਰਾਜਵੀਰ ਅੰਦਰ ਬੈਠਾ ਕੀ ਕਰ ਦੂਗਾ? ਰਾਜਵੀਰ ਨੂੰ ਤਾਂ ਇੰਨਾ ਵੀ ਪਤਾ ਹੈ ਕਿ ਮੈਂ ਇਕੱਲਾ ਆ, ਮੇਰਾ ਬਾਪ ਵੀ ਸਿਰ ਤੇ ਹੈ ਨਹੀਂ, ਮੇਰੀ ਮਾਂ ਰੋਲਦੀ ਫਿਰਦੀ ਹੈ। ਰਾਜਵੀਰ ਨੂੰ ਇਹੋ ਜਿਹੇ ਕੰਮਾਂ ਦੇ ਵਿੱਚ ਕੀ ਲੈਣਾ? ਤੇ ਨਾਲੇ ਅੰਦਰ ਬੈਠਾ ਤੁਹਾਨੂੰ ਵੀ ਪਤਾ ਕੌਣ ਇਹੋ ਜਿਹਾ ਕੰਮ ਕਰ ਸਕਦਾ। ਇਹੋ ਜਿਹੇ ਕੰਮ ਅੰਦਰੋਂ ਬਹਿ ਕੇ ਨਹੀਂ ਹੁੰਦੇ, ਕਰਨ ਵਾਲੇ ਬਾਹਰ ਹੀ ਹੁੰਦੇ ਆ, ਪਰ ਜਿਹੜੇ ਝੂਠੇ ਪਰਚੇ ਪਵਾਉਣ ਵਾਲੇ ਹੁੰਦੇ ਉਹਨਾਂ ਨੂੰ ਇੱਕ ਬਹਾਨਾ ਲੱਭ ਜਾਂਦਾ, ਉਹਨਾਂ ਨੇ ਪਾਉਣੇ ਹੀ ਹੁੰਦੇ ਆ। ਪਰ ਇੱਕ ਜਾਣਕਾਰੀ ਮੈਨੂੰ ਹੋਰ ਦਿਓ, ਜਿਵੇਂ ਤੁਸੀਂ ਸਾਰੀ ਜਾਣਕਾਰੀ ਦਿੱਤੀ ਹੈ ਵੀ ਰਾਜਵੀਰ 23 ਸਾਲਾਂ ਦਾ ਸੀ ਜਦੋਂ ਇਹ 302 ਦਾ ਪੈ ਗਿਆ ਤੇ ਜੇਲ੍ਹ ਦੇ ਵਿੱਚ 7 ਸਾਲ ਹੋ ਗਏ ਆ। ਤੁਹਾਡੀ ਮੁਲਾਕਾਤ ਕਿੰਨੇ ਚਿਰ ਮਗਰੋਂ ਹੁੰਦੀ ਹੈ? ਵੀਰ ਜੀ, ਜਦੋਂ ਉਹਦੇ ਡੈਡੀ ਸੀ ਉਦੋਂ ਹੀ 15 ਦਿਨ ਬਾਅਦ 20 ਦਿਨ ਬਾਅਦ ਵੀ ਆ ਜਾਂਦੇ ਸੀ ਮੁਲਾਕਾਤ ਤੇ। ਹੁਣ ਤੇ ਮੇਰੇ ਕੋਲ ਕਈ ਵਾਰੀ 3-3 ਮਹੀਨੇ ਵੀ ਨਹੀਂ ਆਇਆ ਜਾਂਦਾ। ਤੇ ਤੇ ਯਾਰਕਾਂ ਕੋਈ ਪਤਾ ਨਹੀਂ, ਮਤਲਬ ਮੇਰਾ ਮਨ ਹੀ ਨਹੀਂ ਖਲੋਣ ਡਿਆ, ਜਿੱਦਾਂ ਮਤਲਬ ਕੋਈ ਕਿਸੇ ਨੂੰ ਬੰਦੇ ਨੂੰ ਥੋੜੀ ਪਰੇਸ਼ਾਨੀ ਨਹੀਂ ਆ ਜਾਂਦੀ, ਤੇ ਮੇਰਾ ਮਨ ਹੀ ਨਹੀਂ ਖਲੋਣ ਡਿਆ। ਅਜੇ ਮੈਨੂੰ ਮੁਲਾਕਾਤ ਕਰਕੇ 15 ਦਿਨ ਹੀ ਹੋਏ ਸੀਗੇ, ਤੇ ਮੈਂ ਆਖਿਆ ਵੀ ਮੈਂ ਉਹਦਾ ਫੋਨ ਗਿਆ, ਮੈਂ ਕਿਹਾ ਰਾਜਵੀਰ ਮੇਰਾ ਜੀ ਕਰਦਾ ਤੈਨੂੰ ਮਿਲਣ ਵਾਸਤੇ। ਕਹਿੰਦਾ ਮਾਤਾ ਗਰਮੀ ਬੜੀ, ਆਇਓ ਨਾ, ਮੀਂਹ ਮਾਂ ਪੈਣਗੇ ਫੇਰ ਆਇਓ। ਪਰ ਮੈਂ ਉਹਦੇ ਬਿਨ ਪੁੱਛਿਓ ਹੀ ਮੁਲਾਕਾਤ ਬੁੱਕ ਕਰਵਾ ਦਿੱਤੀ। ਮੁਲਾਕਾਤ ਮੈਂ ਬੁੱਕ ਕਰਵਾਈ ਹੈ ਸ਼ਨੀਵਾਰ ਨੂੰ ਦੁਪਹਿਰ ਨੂੰ, ਤੇ ਐਤਵਾਰ ਸ਼ਾਮ ਨੂੰ ਇਹ ਕੰਮ ਹੋ ਜਾਂਦਾ ਵਾ। ਪਰ ਇਹਨਾਂ ਨੇ ਮੇਰੀ ਮੁਲਾਕਾਤ ਬੁੱਕ ਨਹੀਂ ਕੀਤੀ। ਜਦੋਂ ਇਹਨਾਂ ਨੇ ਪਤਾ ਹੋਣ ਲੱਗ ਗਿਆ ਨਾ ਅਸੀਂ ਆਪਣੀ ਕਿਹੜੀ ਕਰਤੂਤ ਕਰ ਲਈ ਆ, ਤੇ ਇਹਨਾਂ ਨੇ ਨੈਟ ਦੇ ਉੱਤੇ ਮੈਨੂੰ ਮੈਸੇਜ ਵੀ ਕਰਨਾ ਸੀ, ਤੇ ਮੈਨੂੰ ਜੇਲ੍ਹ 'ਚ ਫੋਨ ਵੀ ਜਾਣਾ ਸੀ ਕਿ ਤੁਹਾਡੇ ਬੱਚੇ ਦੀ ਮੁਲਾਕਾਤ ਬੁਕਿੰਗ ਹੋ ਗਈ ਹੈ, ਤੁਸੀਂ ਆ ਜਾਓ। ਤੇ ਇਹਨਾਂ ਨੇ ਨਾ ਮੈਨੂੰ ਫੋਨ ਕੀਤਾ ਨਾ ਮੈਸੇਜ ਕੀਤਾ, ਪਰ ਮੈਂ ਉਤਨਾ ਹੀ ਆ ਗਈ ਵੀ ਮੈਨੂੰ ਆ ਹੀ ਜਾਣਾ ਮੈਸੇਜ, ਮੈਂ ਤੇ ਬੁੱਕ ਕਰਵਾਈ ਆ। ਜਦੋਂ ਮੈਂ ਇੱਥੇ ਆਈ ਆ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਮੁਲਾਕਾਤ ਬੁਕਿੰਗ ਨਹੀਂ ਹੈਗੀ, ਨਹੀਂ ਹੋਣੀ। ਮੈਂ ਕਿਹਾ ਮੈਂ ਤਾਂ ਵੀਰੇ ਏਡੀ ਦੂਰ ਬੜੀ ਮੁਸ਼ਕਲ ਆਈ ਆ, ਮੈਂ ਤਾਂ ਮੁਲਾਕਾਤ ਕਰਨੀ ਆ। ਫਿਰ ਇਹਨਾਂ ਨੇ ਪਹਿਲਾਂ ਮੀਟਿੰਗ ਕੀਤੀ ਆ ਸਾਰਿਆਂ ਨੇ ਬਹਿ ਕੇ, ਸਟਾਫ ਨੇ, ਫਿਰ ਇਹਨਾਂ ਨੇ ਮੇਰੀ 3 ਵਜੇ ਮੁਲਾਕਾਤ ਕਰਵਾਈ ਆ। ਜੋ 3 ਵਜੇ ਮੈਂ ਮੁਲਾਕਾਤ ਕੀਤੀ ਆ, ਫਿਰ ਮੈਂ ਆਪਣੇ ਬੱਚੇ ਦੇ ਹਾਲਾਤ ਵੇਖੇ। ਨਿਸ਼ਾਨ ਪਏ ਹੋਏ ਸੀ ਉਹਦੇ ਬਹੁਤ ਜ਼ਿਆਦਾ ਜੀ, ਖੂਨ ਸਿਮਦਾ ਸੀ ਵਿੱਚੋਂ, ਚਿੱਟਾ ਪਾਣੀ, ਜਿੱਦਾਂ ਮਤਲਬ ਚਰਬੀ ਜ਼ਿਆਦਾ ਫਿਸ ਕੇ ਉਹ ਪੀਕ ਜੀ ਵਾਂਗੂ ਬਣ ਜਾਂਦੀ ਨਾ, ਉਤਰਾ ਜਾ ਉਹ ਵਗਦੀ ਸੀਗੀ। ਤੇ ਤੁਸੀਂ ਜੱਜ ਕੋਲ ਪੇਸ਼ ਹੋਏ ਸੀ? ਹਾਂਜੀ, ਜੱਜ ਕੋਲ ਮੈਂ ਬੜੀ ਵਾਰੀ ਖਾਰਾ ਸਾਹਿਬ ਦੇ ਨਾਲ ਪੇਸ਼ ਹੋਈ ਆ, ਫਿਰ ਹੀ ਉਹਨਾਂ ਨੇ ਪਰਮਿਸ਼ਨ ਦਿੱਤੀ ਸੀ ਮੈਡੀਕਲ ਦੀ। ਤੇ ਹੁਣ ਮੈਡੀਕਲ 'ਚ ਕੀ ਆਇਆ? ਮੈਡੀਕਲ 'ਚ ਤਾਂ 10 ਸੱਟਾਂ ਆਈਆਂ, ਪਰ ਮੈਂ ਇੰਨਾ ਕੁਝ ਪੜ੍ਹੀ ਲਿਖੀ ਮੈਨੂੰ ਪਤਾ ਨਹੀਂ ਆ। ਉਹ ਤੇ ਵੀਰ ਜੀ ਨੂੰ ਹੁਣ ਮੈਂ ਬਹਿ ਕੇ ਪੁੱਛੂੰਗੀ, ਫਿਰ ਮੈਨੂੰ ਸਮਝ ਲੱਗੂਗੀ।
ਹਾਂ ਉਹਨਾਂ ਕੋਲ ਆ ਰਿਪੋਰਟ ਵੀਰ ਜੀ ਕੋਲ ਆ। ਹਾਂਜੀ ਬਿਲਕੁਲ ਮਾਤਾ ਜੀ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਬੜੇ ਸੋਹਣੇ ਸੁਚੱਜੇ ਢੰਗ ਦੇ ਵਿੱਚ ਤੁਸੀਂ ਜਾਣਕਾਰੀਆਂ ਦਿੱਤੀਆਂ ਨੇ। ਬੜੀ ਛੇਤੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਸੋ ਦਰਸ਼ਕੋ, ਇਹ ਸਨ ਰਾਜਵੀਰ ਸਿੰਘ ਦੇ ਮਾਤਾ ਜੀ, ਉਹ ਨੌਜਵਾਨ ਜਿਹਨੂੰ ਜੇਲ੍ਹ ਦੇ ਵਿੱਚ ਜਿਹਦੇ ਕੇਸ ਕੱਟੇ ਗਏ, ਬੁਰੀ ਤਰ੍ਹਾਂ ਕੁੱਟਿਆ ਗਿਆ, ਪੈਸੇ ਦੀ ਡਿਮਾਂਡ ਹੁੰਦੀ ਸੀ ਬੱਚੇ ਦੀ ਮਾਂ ਦੇ ਮੁਤਾਬਕ। ਤੇ ਆਓ ਆਪਾਂ ਇਸ ਆਵਾਜ਼ ਨੂੰ ਵੱਡਿਆਂ ਕੀਤਾ ਆ, ਆਵਾਜ਼ ਨੂੰ ਮੀਡੀਆ ਵਿੱਚ ਲੈ ਕੇ ਆਏ ਆ। ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।